ਉਹਨਾਂ ਨੇ ਪਰ ਜਿਹੜਾ ਹੈਗਾ ਪਰ ਉਹਨਾਂ ਦਾ ਜਿਹੜਾ ਰਵੱਈਆ ਸੀਗਾ ਅਸੀਂ ਉਹ ਹਜੇ ਵੀ ਹੰਕਾਰੀ ਰਵੱਈਆ ਉਹਨਾਂ ਦਾ। ਪਿਊਸ਼ ਗੋਲ ਇਹੋ ਜਿਹਾ ਨਾਂ ਸੀਗਾ ਉਹਦਾ ਸਾਨੂੰ ਲੱਗਿਆ ਵੀ ਉਹਦਾ ਰਵੱਈਆ ਅੜੀਅਲ ਸੀਗਾ। ਉਹ ਕਹਿੰਦੇ ਰੇਲਾਂ ਰੂਲਾਂ ਕੋਈ ਨਹੀਂ ਛੱਡਦੇ ਅਸੀਂ। MSP ਸਾਰੀਆਂ ਫਸਲਾਂ ਦੀ MSP ਨੂੰ ਤੇ ਉਹ MSP ਤੇ ਤੈਅ ਕੀਤੀ MSP ਤੇ ਟੋਟਲ ਫਸਲਾਂ ਦੀ ਖਰੀਦ ਦੀ ਵੀ ਇਹਨੂੰ ਕਾਨੂੰਨ ਦੇ ਘੇਰੇ 'ਚ ਲੈ ਕੇ ਆਓ। ਤੇ ਜੇ ਕਿਸਾਨੀ ਨੂੰ ਬਚਾਉਣਾ ਫਿਰ ਐਕਟਾਂ ਨੂੰ ਖਤਮ ਕਰਨਾ ਪਊਗਾ। ਜਿਵੇਂ ਕਹਿੰਦੇ ਹੁੰਦੇ ਨਾ ਪੰਜਾਬੀ ਦੀ ਕਹਾਵਤ ਹੈ, ਜਾਂ ਟਾਂਡੇ ਵਾਲੀ ਰਹੂਗੀ ਜਾਂ ਭਾਂਡੇ ਵਾਲੀ ਰਹੂਗੀ। ਜੇ ਕਰੋਨਾ ਉਹਦੇ ਬਿਹਾਰ ਦੀਆਂ ਰੈਲੀਆਂ 'ਚ ਨਹੀਂ ਮੋਦੀ ਦੀਆਂ ਜਿੱਥੇ 10-10 ਹਜ਼ਾਰ ਦੇ ਇਕੱਠ ਹੋਏ ਆ, ਕੋਈ ਸਰੀਰਕ ਦੂਰੀ ਨਹੀਂ ਸੀਗੀ, ਕੋਈ ਦੂਜੀ ਮਾਸਕ ਨਹੀਂ ਸੀਗੇ, ਜੇ ਉੱਥੇ ਨਹੀਂ ਕਰੋਨਾ ਫੈਲਿਆ ਤਾਂ ਇਕੱਲੇ ਕਿਸਾਨਾਂ ਦੇ ਇਕੱਠ ਹੋਣ ਨਾਲ ਕਿਵੇਂ? ਇਹ ਸਿਰਫ ਉਹਨਾਂ ਅਸਲ ਵਿੱਚ ਰੋਕਣ ਦੀ ਖਾਤਰ ਹੈ। ਤੇ ਸਾਡੀ ਤਿਆਰੀ ਹੈ ਪੂਰੀ, ਤੇ ਸਾਰਾ ਕਿਸਾਨ ਵੀ ਤਿਆਰ ਹੈ। ਸਾਨੂੰ ਕਿਸਾਨਾਂ ਨੇ ਐਂ ਕਹਿ ਕੇ ਭੇਜਿਆ ਵੀ ਲੀਡਰੋ ਕਿਤੇ ਉੱਥੇ ਜਾ ਕੇ ਲੰਗੋਵਾਲ ਨੂੰ ਕਿਤੇ ਰਸਗੁੱਲਿਆਂ ਦੇ ਵਿੱਚ ਹੀ ਨਾ ਕਿਤੇ ਆਹ ਜਿਹੜੀਆਂ ਮੰਗਾਂ ਹੈਗੀਆਂ ਨੇ ਇਹ ਪੀ ਜਾਓ ਤੁਸੀਂ। ਦਿੱਲੀ 'ਚ ਮੌਜੂਦ ਹਾਂ। ਇੱਥੇ ਮੀਟਿੰਗ ਚੱਲ ਰਹੀ ਸੀ ਕਿਸਾਨ ਜਥੇਬੰਦੀਆਂ ਦੀ। ਮੀਟਿੰਗ ਦੌਰਾਨ ਲੰਬੇ ਸਮੇਂ ਗੱਲਬਾਤ ਹੋਈ, ਕੇਂਦਰੀ ਮੰਤਰੀਆਂ ਨਾਲ ਗੱਲਬਾਤ ਹੋਈ, ਕਿਸਾਨ ਆਗੂ ਮੌਜੂਦ ਨੇ। ਮੀਟਿੰਗ ਹੁਣ ਖਤਮ ਹੋ ਚੁੱਕੀ ਆ। ਖਤਮ ਹੋਣ ਤੋਂ ਬਾਅਦ ਆਗੂ ਬਾਹਰ ਆ ਰਹੇ ਨੇ। ਅਸੀਂ ਗੱਲਬਾਤ ਕਰ ਰਹੇ ਹਾਂ ਆਗੂਆਂ ਨਾਲ। ਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰ ਦੇ ਸੂਬਾ ਪ੍ਰਧਾਨ ਮੌਜੂਦ ਨੇ। ਸੋ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਪ੍ਰਧਾਨ ਜੀ ਕੀ ਕਹੋਗੇ, ਕਿਵੇਂ ਦੀ ਮੀਟਿੰਗ ਹੋਈ? ਕੀ ਲੱਗਦਾ ਤੁਹਾਨੂੰ ਵੀ ਕੀ ਨਤੀਜੇ ਆਉਣਗੇ ਇਹਦੇ? ਵੇਖੋ ਜੀ, ਮੀਟਿੰਗ ਦਾ ਜਿੱਥੋਂ ਤੱਕ ਹੈਗਾ ਸਮੇਂ ਦੇਣ ਪੱਖੋਂ ਲਗਭਗ ਅਸੀਂ 11:30 ਵਜੇ ਬੈਠ ਗਏ ਸੀ ਤੇ 6 ਵਜੇ ਅਸੀਂ ਬਾਹਰ ਨਿਕਲੇ ਹਾਂ। ਲੰਬਾ ਸਮਾਂ ਡਿਸਕਸ਼ਨ ਹੋਈ ਹੈ। ਸਮਾਂ ਦੇਣ ਪੱਖੋਂ ਤਾਂ ਅਸੀਂ ਸਮਝਦੇ ਹਾਂ ਬਈ ਕੋਈ ਸਾਨੂੰ ਆਪਦਾ ਪੱਖ ਰੱਖਣ 'ਚ ਸਮੇਂ ਦੀ ਕੋਈ ਘਾਟ ਨਹੀਂ ਰਹੀ। ਪਰ ਜੇ ਐਂ ਕਹਿ ਲਓ ਵੀ ਰਵੱਈਆ ਦੇਖਣਾ ਹੋਵੇ ਉਹਦਾ ਸਰਕਾਰ ਵਾਲੀ ਧਿਰ ਦਾ, ਜਿਹਦੇ ਵਿੱਚ 2 ਉਹਨਾਂ ਦੇ ਮੰਤਰੀ ਸੀਗੇ, ਰੇਲ ਮੰਤਰੀ ਸੀਗਾ, ਖੇਤੀਬਾੜੀ ਮੰਤਰੀ ਸੀਗਾ, ਇੱਕ ਰਾਜ ਮੰਤਰੀ ਸੀ ਸੋਮ ਪ੍ਰਕਾਸ਼, ਬਾਕੀ ਇਹ ਸਾਰੇ ਵਿਭਾਗਾਂ ਦੇ ਖੇਤੀਬਾੜੀ ਵਿਭਾਗ ਜਾਂ ਰੇਲ ਵਿਭਾਗ ਦੇ ਉਹਨਾਂ ਦੇ ਜਿਹੜੇ ਸੈਕਟਰੀ ਲੈਵਲ ਦੇ ਅਧਿਕਾਰੀ ਸੀਗੇ, ਉੱਚ ਅਧਿਕਾਰੀ, ਉਹਨਾਂ ਨੇ ਪਰ ਜਿਹੜਾ ਹੈਗਾ ਪਰ ਉਹਨਾਂ ਦਾ ਜਿਹੜਾ ਰਵੱਈਆ ਸੀਗਾ ਅਸੀਂ ਉਹ ਹਜੇ ਵੀ ਹੰਕਾਰੀ ਰਵੱਈਆ ਉਹਨਾਂ ਦਾ। ਕਿਉਂਕਿ ਹੰਕਾਰੀ ਰਵੱਈਏ ਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਬਈ ਅਸੀਂ ਪਹਿਲਾਂ ਵੀ ਕਿਹਾ ਸੀਗਾ ਮੀਟਿੰਗ ਦਾ ਸੱਦਾ ਆਉਣ ਤੋਂ ਪਹਿਲਾਂ ਵੀ ਤੁਸੀਂ ਕੁਛ ਨਾ ਕੁਛ ਮਾਹੌਲ ਨੂੰ ਗੱਲਬਾਤ ਵਾਲਾ ਬਣਾਓ। ਤੁਸੀਂ ਜਿਹੜੀਆਂ ਬਿਨਾਂ ਵਜ੍ਹਾ ਮਾਲ ਗੱਡੀਆਂ ਬੰਦ ਕੀਤੀਆਂ ਹੋਈਆਂ ਨੇ, ਸਾਰੀਆਂ ਰੇਲ ਟਰੈਕ ਖਾਲੀ ਪਏ ਨੇ ਜਿਹਦੇ ਵਿੱਚ ਖਾਦਾਂ ਜਾਣੀਆਂ ਨੇ, ਹੋਰ ਜ਼ਰੂਰੀ ਸਮਾਨ ਜਾਣਾ, ਵੀ ਤੁਸੀਂ ਸਿਆਸੀ ਆਧਾਰ 'ਤੇ ਇਹ ਰੇਲਾਂ ਗੱਡੀਆਂ ਬੰਦ ਕੀਤੀਆਂ ਹੋਈਆਂ। ਇਹਨਾਂ ਨੂੰ ਰੇਲ ਗੱਡੀਆਂ ਨੂੰ ਚਲਾਓ, ਪੰਜਾਬ ਦੀਆਂ ਨੂੰ, ਮਾਲ ਗੱਡੀਆਂ ਨੂੰ ਜਿਹੜੀਆਂ ਮਾਲ ਗੱਡੀਆਂ ਨੇ ਖਾਦ ਵਗੈਰਾ ਢੋਣ ਵਾਲੀਆਂ, ਤਾਂ ਕਿ ਮਾਹੌਲ ਗੱਲਬਾਤ ਵਾਲਾ ਬਣੇ। ਪਰ ਅਸੀਂ ਉਹ ਕਹਿੰਦੇ ਪਰ ਫਿਰ ਵੀ ਅਸੀਂ ਗੱਲਬਾਤ ਲਈ ਆ ਗਏ ਵੀ ਚਲੋ ਆਪਾਂ ਕੰਡੀਸ਼ਨ ਨਾ ਬਣਾਓ ਤਾਂ ਕਿ ਇਹ ਐਂ ਨਾ ਬਣੇ ਵੀ ਉਹ ਗੱਲਬਾਤ ਕਰਨਾ ਨਹੀਂ ਚਾਹੁੰਦੇ। ਪਰ ਅੱਜ ਅਸੀਂ ਰੱਖਿਆ ਸੀ ਵੀ ਹੁਣ ਤਾਂ ਆਪਾਂ ਗੱਲਬਾਤ ਹੋ ਗਈ, ਤੁਸੀਂ ਹੁਣ ਤਾਂ ਤੁਹਾਨੂੰ ਰੇਲ ਗੱਡੀਆਂ ਮਾਲ ਗੱਡੀਆਂ ਚਲਾਉਣੀਆਂ ਚਾਹੀਦੀਆਂ ਨੇ। ਪਰ ਉਹਨਾਂ ਨੇ ਫਿਰ ਕੰਡੀਸ਼ਨ ਲਾਤੀ ਵੀ ਤੁਸੀਂ ਸਾਰੀਆਂ ਗੱਡੀਆਂ ਦੀ ਇਜਾਜ਼ਤ ਦਿਓ। ਵਿੱਚੇ ਦੂਸਰਾ ਹੈਗਾ ਗੱਡੀਆਂ ਜਿਹੜੀਆਂ ਪੈਸੇਂਜਰ ਗੱਡੀਆਂ ਹੈਗੀਆਂ ਉਹਨਾਂ ਨੂੰ ਵੀ, ਤੇ ਫਿਰ ਅਸੀਂ ਛੱਡਾਂਗੇ। ਜੇ ਤੁਸੀਂ ਪੈਸੇਂਜਰ ਗੱਡੀਆਂ ਰੋਕੋਗੇ ਤੇ ਇਕੱਲੀਆਂ ਮਾਲ ਗੱਡੀਆਂ ਚਲਾਓਗੇ ਫਿਰ ਅਸੀਂ ਕਰਦੇ। ਇਹ ਜਿਹੜਾ ਰੇਲ ਮੰਤਰੀ ਸੀਗਾ ਖਾਸ ਕਰਕੇ ਪਿਊਸ਼ ਗੋਲ ਇਹੋ ਜਿਹਾ ਨਾਂ ਸੀਗਾ ਉਹਦਾ ਸਾਨੂੰ ਲੱਗਿਆ ਵੀ ਉਹਦਾ ਰਵੱਈਆ ਅੜੀਅਲ ਸੀਗਾ। ਉਹ ਕਹਿੰਦੇ ਰੇਲਾਂ ਰੂਲਾਂ ਕੋਈ ਨਹੀਂ ਛੱਡਦੇ ਅਸੀਂ, ਨਾ ਮਾਲ ਗੱਡੀਆਂ, ਭਾਵੇਂ ਤੁਹਾਨੂੰ ਸੰਕਟ ਆਉਂਦਾ ਕੁਛ ਵੀ ਆਉਂਦਾ। ਇਸ ਕਰਕੇ ਸਾਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਅਜੇ ਵੀ ਜਿਹੜਾ ਸਿਆਸੀ ਆਧਾਰ 'ਤੇ ਫੈਸਲਾ ਹੈ, ਭਾਵੇਂ ਹੁਣ ਤੱਕ ਉਹਨਾਂ ਦਾ ਬਿਆਨ ਇਹ ਸੀਗੇ ਪਹਿਲਾਂ ਵੀ ਸਾਨੂੰ ਉੱਥੇ ਸੁਰੱਖਿਆ ਦਾ ਜਿਹੜੀਆਂ ਟਰੈਕਾਂ ਦੀ ਸੁਰੱਖਿਆ ਦੀ ਯਕੀਨੀ ਬਣਾਉਣਾ ਚਾਹੀਦਾ। ਸਾਨੂੰ ਆਇਆ ਹੈਗਾ ਵੀ ਉੱਥੇ ਕੋਈ ਨੁਕਸਾਨ ਨਾ ਹੋ ਜੇ। ਪਰ ਹੁਣ ਅੱਜ ਸਾਨੂੰ ਪਤਾ ਲੱਗ ਗਿਆ ਵੀ ਸੁਰੱਖਿਆ ਦੀ ਕੋਈ ਗੱਲ ਨਹੀਂ। ਜੇ ਅਸੀਂ ਕਹਿ ਦਿੰਦੇ ਵੀ ਚੰਗਾ ਪੈਸੇਂਜਰ ਵੀ ਚਲਾ ਲਓ, ਫਿਰ ਰਾਤੇ ਰਾਤ ਸੁਰੱਖਿਆ ਕਿੱਥੋਂ ਆ ਜਾਂਦੀ? ਸੋ ਬਿਲਕੁਲ ਸਾਫ਼ ਹੋ ਗਿਆ ਵੀ ਪੋਲੀਟੀਕਲ ਫੈਸਲਾ ਇਹਨਾਂ ਦਾ। ਸੁਰੱਖਿਆ ਵਾਲੀ ਗੱਲ ਕਹਿੰਦੇ ਵੀ ਟਰੈਕਾਂ ਦੀ ਸੁਰੱਖਿਆ ਹੈ ਨਹੀਂ, ਇਹ ਸਿਰਫ ਉਹਨਾਂ ਦਾ ਬਹਾਨਾ ਹੈ। ਤੁਹਾਨੂੰ ਕੀ ਲੱਗਦਾ ਵੀ ਟ੍ਰੇਨਾਂ ਨਹੀਂ ਚੱਲਣਗੀਆਂ, ਇਹ ਤੰਗ ਹੋਣਗੇ ਵੀ ਆਪਣੇ ਆਪ ਦੁਬਾਰਾ ਸਾਡੀਆਂ ਕੰਡੀਸ਼ਨਾਂ ਤੇ ਅਮਲ ਕਰਨਗੇ? ਇਹ ਵੀ ਲੱਗਦਾ ਉਹਨਾਂ ਨੂੰ? ਬਿਲਕੁਲ ਹੈਗਾ ਜੀ। ਉਹਨਾਂ ਦਾ ਰੇਲ ਗੱਡੀਆਂ ਬੰਦ ਹੋਈਆਂ ਨੇ, ਠੀਕ ਆ, ਪਬਲਿਕ ਨੂੰ ਵੀ ਤਕਲੀਫ ਹੋ ਰਹੀ ਹੈ, ਪਰ ਉਹਨਾਂ ਦਾ ਜਿਹੜਾ ਕਰੋੜਾਂ ਰੁਪਈਆਂ ਦਾ ਸਰਕਾਰ ਦਾ ਜਿਹੜਾ ਰੋਜ਼ ਦਾ ਉਹਨਾਂ ਨੂੰ ਚੂਨਾ ਲੱਗ ਰਿਹਾ, ਉਹਨਾਂ ਤੇ ਐ ਨਹੀਂ ਵੀ ਉਹਨਾਂ ਦਾ ਪ੍ਰੈਸ਼ਰ ਨਹੀਂ ਪੈ ਰਿਹਾ, ਪ੍ਰੈਸ਼ਰ ਪੈ ਰਿਹਾ, ਸੇਕ ਲੱਗ ਰਿਹਾ। ਦੂਸਰੇ ਪਾਸੇ ਇਹ ਪੋਲੀਟੀਕਲੀ ਉਹਨਾਂ ਦਾ ਜਿਹੜਾ ਪ੍ਰਾਪੇਗੰਡਾ ਜਿੰਨਾ ਹੋ ਰਿਹਾ ਵਰਲਡ ਲੈਵਲ 'ਤੇ, ਨੈਸ਼ਨਲ ਲੈਵਲ 'ਤੇ ਵੀ, ਅਤੇ ਅੰਤਰਰਾਸ਼ਟਰੀ ਲੈਵਲ 'ਤੇ ਵੀ ਵੇਖੋ ਜਿਹੜਾ ਕਿਸਾਨ ਇਹ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਹਮਦਰਦ ਹੈ। ਸਾਰਾ ਕਿਸਾਨ ਪੰਜਾਬ ਦਾ ਰੇਲ ਗੱਡੀਆਂ ਇੰਨੇ ਚਿਰ ਤੋਂ ਰੋਕੀ ਬੈਠਾ ਰੋਸ ਵਜੋਂ ਵੀ ਸਾਡੀਆਂ ਆਹ ਜਿਹੜਾ ਕਾਨੂੰਨ ਹੈ, ਜਿਹੜੇ ਕਿਸਾਨ ਮਾਰੂ ਕਾਨੂੰਨ ਹੈ, ਇਹਨਾਂ ਨੂੰ ਵਾਪਸ ਲਓ। ਪਰ ਸਰਕਾਰ ਰੇਲ ਵੀ ਨਹੀਂ, ਕਿਸਾਨ ਰੇਲਾਂ ਛੱਡ ਨਹੀਂ ਰਹੇ, ਸਰਕਾਰ ਮੰਨ ਨਹੀਂ ਰਹੀ। ਇਹ ਅੰਦੋਲਨ ਹੈ ਜਿਹੜਾ ਰੇਲਾਂ ਰਾਹੀਂ ਜਿਹੜਾ ਦਾ ਅੰਦੋਲਨ ਦਾ ਪ੍ਰਚਾਰ ਬਹੁਤ ਹਾਈ ਲੈਵਲ ਤੇ ਹੋ ਰਿਹਾ। ਰੇਲਵੇ ਮੰਤਰੀ ਦੇ ਰਵੱਈਏ ਦੀ ਤੁਸੀਂ ਗੱਲ ਕਰੀ ਆ ਕਿ ਤੁਹਾਨੂੰ ਠੀਕ ਨਹੀਂ ਲੱਗਿਆ। ਖੇਤੀ ਮੰਤਰੀ ਦੇ ਰਵੱਈਏ ਬਾਰੇ ਕੀ ਕਹੋਗੇ? ਖੇਤੀ ਮੰਤਰੀ ਦਾ ਰਵੱਈਆ ਭਾਵੇਂ ਉਹ, ਕਿਉਂਕਿ ਉਹਦਾ ਤਾਂ ਖੇਤੀਬਾੜੀ ਨਾਲ ਸੰਬੰਧਿਤ ਤਾਂ ਜੋ ਅਸੀਂ ਰੱਖੇ ਆ 3 ਐਕਟ, ਉਹਦੇ ਵਿੱਚ ਜਿਹੜਾ ਸਰਕਾਰੀ ਖਰੀਦ ਨਾਲ ਸੰਬੰਧਿਤ ਸੀਗਾ
ਵੀ MSP ਜਾਰੀ ਰਹਿਣੀ ਚਾਹੀਦੀ ਹੈ। ਸਰਕਾਰੀ ਉਹਦੀ ਜਿਹੜੀ ਹੈਗੀ ਆ ਗਰੰਟੀ, ਸਰਕਾਰੀ ਖਰੀਦ ਦੀ ਗਰੰਟੀ ਹੋਣੀ ਚਾਹੀਦੀ ਹੈ ਤੇ ਉਹਨੂੰ ਸਰਕਾਰੀ ਖਰੀਦ ਦੀ ਗਰੰਟੀ ਆਪਣਾ ਜਿਹੜੀ ਕੁੱਲ ਸਾਰਾ ਜਿੰਨਾ ਫਸਲਾਂ ਹੈਗੀਆਂ ਉਹਨਾਂ ਦੀ ਸਰਕਾਰ ਗਰੰਟੀ ਕਰੇ ਵੀ ਅਸੀਂ ਇਸ MSP ਤੇ ਖਰੀਦਾਂਗੇ, ਵੀ ਇਹਨੂੰ ਤੁਸੀਂ ਕਾਨੂੰਨ ਦਾ ਦਰਜਾ ਦਿਓ, ਇਹਨੂੰ ਐਕਟ ਦੇ ਵਿੱਚ ਲੈ ਕੇ ਆਓ ਇਹਨਾਂ ਚੀਜ਼ਾਂ ਨੂੰ। ਕਿਉਂਕਿ ਤਾਂ ਜ਼ਬਾਨੀ ਵਾਅਦਾ ਕਰਨਾ ਹੁੰਦਾ, ਜ਼ਬਾਨੀ ਵਾਅਦਾ ਤਾਂ ਕਰ ਲਿਆ, ਚੱਲ ਹੋ ਸਕਦਾ ਇਹ 2 ਸਾਲ ਲਾਗੂ ਕਰ ਦੇਣ, ਉਦੋਂ ਬਾਅਦ ਨਵੀਂ ਸਰਕਾਰ ਉਹਨੂੰ ਕਰ ਦੇ, ਵੀ ਇਹਨੂੰ ਕਾਨੂੰਨ ਦਾ ਦਰਜਾ ਦਿਓ MSP ਸਾਰੀਆਂ ਫਸਲਾਂ ਦੀ MSP ਨੂੰ, ਤੇ ਉਹ MSP ਤੇ ਤੈਅ ਕੀਤੀ MSP ਤੇ ਟੋਟਲ ਫਸਲਾਂ ਦੀ ਖਰੀਦ ਦੀ, ਵੀ ਇਹਨੂੰ ਕਾਨੂੰਨ ਦੇ ਘੇਰੇ 'ਚ ਲੈ ਕੇ ਆਓ। ਪਰ ਉਹ ਹੈਗਾ ਵੀ ਅਸੀਂ ਐਂ ਕਹਿੰਦੇ ਆ ਵੀ ਉਹਨਾਂ ਨੇ ਇੰਨਾ ਕੁ ਰਵੱਈਆ ਠੀਕ ਸੀ, ਉਹ ਕਹਿੰਦੇ ਤੁਹਾਡਾ ਲੌਜਿਕ ਠੀਕ ਹੈ, ਪਰ ਇਹ ਮੇਰੇ ਲੈਵਲ ਦੀ ਗੱਲ ਨਹੀਂ, ਅਸੀਂ ਇਹਨੂੰ ਹਾਇਰ ਲੈਵਲ ਤੇ ਡਿਸਕਸ ਕਰਾਂਗੇ। ਤੁਹਾਡਾ ਲੌਜਿਕ ਠੀਕ ਹੈ ਤੇ ਸਾਨੂੰ ਦੁਬਾਰਾ ਖੇਤੀ ਮੰਤਰੀ ਨੇ ਇਹ ਗੱਲ ਕਹਿਤੀ ਕਿ ਤੁਹਾਡਾ ਲੌਜਿਕ ਠੀਕ ਹੈ, ਵਧੀਆ। ਹਾਂ ਤੁਹਾਡਾ ਤੁਸੀਂ ਮਤਲਬ ਇਹ ਵੀ ਕਿਹਾ ਵੀ ਤੁਹਾਡਾ ਅਸੀਂ ਧੰਨਵਾਦੀ ਹਾਂ, ਤੁਸੀਂ ਬਾਕੀ ਕਿਸਾਨ ਮਸਲਿਆਂ ਪ੍ਰਤੀ ਗੰਭੀਰ ਹੈ, ਤੁਹਾਡੀ ਗੱਲਬਾਤ ਤੋਂ ਲੱਗਿਆ ਸੀਰੀਅਸ ਹੈ ਤੁਸੀਂ, ਜਿੰਨਾ ਕਿਸਾਨ ਮਸਲਿਆਂ ਪ੍ਰਤੀ ਤੁਸੀਂ ਸੀਰੀਅਸ ਹੈ, ਸੰਜੀਦਾ ਹੈ, ਗੰਭੀਰ ਹੈ, ਇਹਦੇ ਕਰਕੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਤੇ ਇਹਨੂੰ ਅਸੀਂ ਹਾਇਰ ਲੈਵਲ ਤੇ ਵਿਚਾਰਾਂਗੇ ਤੇ ਦੁਬਾਰੇ ਤੁਹਾਨੂੰ ਸੱਦਾ ਦੇਵਾਂਗੇ। ਬਸ ਇੰਨੀ ਗੱਲ ਕਰਕੇ ਆਏ ਨੇ ਵੀ ਉਹਨਾਂ ਨੇ ਕੋਈ ਮੰਨ ਲਈ MSP, ਪਰ ਸਿਰਫ ਇੰਨੇ ਕਹਿਣਾ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਵਾਕਈ ਕਿਸਾਨੀ ਮਸਲਿਆਂ ਪ੍ਰਤੀ ਫਿਕਰਮੰਦ ਹੋ, ਤੁਸੀਂ ਸੀਰੀਅਸ ਹੈ, ਤੁਸੀਂ ਗੰਭੀਰ ਹੈ, ਇਸ ਗੱਲ ਕਰਕੇ ਕਹਿੰਦੇ ਆ ਵੀ ਉਹਨਾਂ ਕਿ ਰੇਲ ਮੰਤਰੀ ਵਾਲੇ ਨੂੰ ਉਹਦਾ ਰਵੱਈਏ ਦਾ ਫਰਕ ਸੀਗਾ। ਪ੍ਰਧਾਨ ਜੀ ਕੀ ਲੱਗਦਾ, ਜਿਵੇਂ ਅੱਜ ਲੰਬੀ ਗੱਲਬਾਤ ਹੋਈ, ਆਉਣ ਵਾਲੇ ਸਮੇਂ 'ਚ ਕਿਵੇਂ ਦੇ ਇਹਦੇ ਨਤੀਜੇ ਨਿਕਲ ਸਕਦੇ ਨੇ? ਵੇਖੋ ਜੀ, ਸਾਨੂੰ ਇਹ ਲੱਗਦਾ ਵੀ ਜਿੰਨੀ ਲੰਬੀ ਗੱਲਬਾਤ ਹੋਈ ਆ, ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹ ਮਾੜੀ ਮੋਟੀ ਤਾਂ ਇਹਦੇ ਵਿੱਚ ਕੋਈ ਛੋਟੀ ਮੋਟੀ ਮਾਈਨਰ ਕਿਸਮ ਦੀ ਸੋ ਤਾਂ ਬੇਸ਼ੱਕ ਦੀ ਕਰ ਦੇਣ, ਪਰ ਇਹ ਐਕਟਾਂ ਨੂੰ ਆਰਡੀਨੈਂਸ ਦੁਬਾਰੇ ਲਿਆ ਕੇ ਐਕਟਾਂ ਨੂੰ ਰੱਦ ਕਰ ਦੇਣ, ਇਹ ਉਹਦੀ ਨਹੀਂ ਲੱਗਦੀ। ਪਰ ਜਿਵੇਂ ਹੁਣ ਅਸੀਂ ਐਂ ਕਹਿੰਦੇ ਆ ਵੀ ਜੇ ਐਕਟ ਰਹਿੰਦੇ ਆ ਤਾਂ ਕਿਸਾਨੀ ਨਹੀਂ ਰਹਿੰਦੀ, ਤੇ ਜੇ ਕਿਸਾਨੀ ਨੂੰ ਬਚਾਉਣਾ ਫਿਰ ਐਕਟਾਂ ਨੂੰ ਖਤਮ ਕਰਨਾ ਪਊਗਾ। ਜਿਵੇਂ ਕਹਿੰਦੇ ਹੁੰਦੇ ਨਾ ਪੰਜਾਬੀ ਦੀ ਕਹਾਵਤ ਹੈ, ਜਾਂ ਟਾਂਡੇ ਵਾਲੀ ਰਹੂਗੀ ਜਾਂ ਭਾਂਡੇ ਵਾਲੀ ਰਹੂਗੀ, ਸੋ ਦੋਨੇ ਚੀਜ਼ਾਂ ਰਹਿ ਨਹੀਂ ਸਕਦੀਆਂ, ਵੀ ਐਕਟ ਵੀ ਰਹਿ ਜਾਣ ਤੇ ਕਿਸਾਨੀ ਵੀ ਰਹਿ ਜੇ, ਦੋਹਾਂ ਚੀਜ਼ਾਂ 'ਚ ਇੱਕ ਰਹੂਗੀ। ਇਸ ਕਰਕੇ ਸਾਨੂੰ ਲੱਗਦਾ ਵੀ ਲੜਾਈ ਲੰਬੀ ਹੋਊਗੀ, ਇਹ ਛੇਤੀ ਕਿਤੇ ਨਿਬੜਨ ਵਾਲੀ ਨਹੀਂ। ਵੱਡਾ ਇਹਦੇ ਤੇ ਕੋਈ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਆਭਾਰ ਬਣ ਕੇ ਫਿਰ ਸਰਕਾਰ ਪਿੱਛੇ ਹਟੂਗੀ, ਕਿਉਂਕਿ ਉਹਨਾਂ ਦੀਆਂ ਗਾਹਾਂ ਵਰਲਡ ਲੈਵਲ ਤੇ ਸਮਝੌਤੇ ਕੀਤੇ ਹੋਏ ਆ, ਇਕੱਲਾ ਮੋਦੀ ਲੈਵਲ ਦੀ ਗੱਲ ਨਹੀਂ। ਜਿਹੜਾ WTO ਵਿਸ਼ਵ ਵਪਾਰ ਸੰਗਠਨ ਬਣਿਆ ਹੋਇਆ, ਉਹਨੇ ਸਾਰੀ ਦੁਨੀਆ ਤਕੜੇ ਦੇਸ਼ਾਂ ਨੇ ਗਰੀਬ ਦੇਸ਼ਾਂ ਨੂੰ ਆਪਣੇ ਜਕੜ ਪੰਜੇ 'ਚ ਲਿਆ ਹੋਇਆ, ਉਹਨਾਂ ਨੇ ਸ਼ਰਤਾਂ ਸਮਝੌਤੇ ਦੇ ਇਹਨਾਂ ਨੇ ਉਹਨਾਂ ਦੇ ਸੰਧੀਆਂ 'ਤੇ ਸਾਈਨ ਕੀਤੇ ਹੋਏ ਆ। ਜੇ ਉਹ ਹੁਣ ਐਕਟ ਨਹੀਂ, ਇਹ ਕਹਿੰਦਾ ਭਾਵ ਐਕਟ ਹੈ ਉਹ ਸੰਧੀਆਂ ਨੂੰ ਲਾਗੂ ਕਰਨ ਦੀ ਖਾਤਰ ਹੈਗੇ ਆ, ਜੇ ਐਕਟ ਰੱਦ ਕਰ ਦਿੰਦੇ ਉਹ ਸੰਧੀਆਂ ਨਹੀਂ ਲਾਗੂ ਹੁੰਦੀਆਂ। ਇਸ ਕਰਕੇ ਲੈਵਲ ਮਾਮਲਾ ਇਹ ਹਾਇਰ ਲੈਵਲ ਦਾ, ਇੰਟਰਨੈਸ਼ਨਲ ਲੈਵਲ ਦਾ ਮਾਮਲਾ ਹੈਗਾ, ਇਹ ਵੱਡੇ ਅੰਦੋਲਨ ਦੀ ਮੰਗ ਕਰਦਾ ਤੇ ਵੱਡਾ ਅੰਦੋਲਨ ਚੱਲੂਗਾ ਛੇਤੀ ਕੀਤੇ, ਇਹਦੇ 'ਚੋਂ ਕੋਈ ਐਂ ਨਹੀਂ ਕਹਿੰਦੇ ਕਿ ਵੀ ਨਿਬੜ ਜੂਗਾ ਇਹ। ਯਾਨੀ ਕਿ ਤੁਸੀਂ ਕਹਿ ਰਹੇ ਹੋ ਵੀ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਹੋਣੇ ਚਾਹੀਦੇ ਨੇ, ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਕਿ ਕੋਈ ਇੱਕ ਅੱਧੇ ਪੁਆਇੰਟ ਆਪਾਂ ਰੱਖ ਲਈ ਵੀ ਉਹਦੇ ਨਾਲ ਕੁਝ ਨਹੀਂ ਬਣਦਾ। ਬਿਲਕੁਲ ਜੀ, ਪੂਰੀ ਤਰ੍ਹਾਂ ਰੱਦ ਹੋਣੇ ਚਾਹੀਦੇ ਆ 100%। ਇਹਦੇ ਵਿੱਚ ਹੈ ਹੀ ਨਹੀਂ ਵੀ ਇਹਦੇ ਵਿੱਚ ਕੋਈ ਬਚਾ ਕੇ ਰੱਖਣ ਵਾਲਾ ਵੀ 2% ਦੇ 'ਚ ਸੋਧ ਕਰ ਦਿਓ ਜਾਂ 2 ਲੈਣਾ ਸੋਧ ਕਰ ਦਿਓ। ਜੇ ਪੂਰੀ ਤਰ੍ਹਾਂ ਰੱਦ ਹੁੰਦੇ ਆ ਕਿਸਾਨੀ ਫੇਰ ਹੀ ਬਚਦੀ ਹੈ, ਜੇ ਪੂਰੀ ਤਰ੍ਹਾਂ ਰੱਦ ਨਹੀਂ ਹੁੰਦੀ ਤਾਂ ਕਿਸਾਨੀ ਮਰਦੀ ਹੈ ਤੇ ਉਹਦੀ ਤਬਾਹੀ ਹੁੰਦੀ ਹੈ ਉਹਦੀ ਜੀ। ਰੇਲਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ, ਅੱਜ ਕੋਈ ਨਤੀਜਾ ਨਹੀਂ ਆਇਆ। ਬਾਕੀ ਤੁਹਾਡੀ 18 ਤਰੀਕ ਨੂੰ 18 ਨਵੰਬਰ ਨੂੰ ਮੀਟਿੰਗ ਆ ਚੰਡੀਗੜ੍ਹ 'ਚ, ਤੁਸੀਂ ਕਹਿ ਰਹੇ ਹੋ, ਤੇ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦਾ ਜਿਵੇਂ ਵੀ ਜੇ ਐਵੇਂ ਰਵੱਈਆ ਰਿਹਾ ਤੁਹਾਡੇ ਪ੍ਰਦਰਸ਼ਨ ਐਵੇਂ ਚੱਲਣਗੇ? ਵੇਖੋ ਜੀ, 18 ਤਰੀਕ ਨੂੰ ਸਾਡੇ ਪ੍ਰਦਰਸ਼ਨਾਂ ਦਾ ਤਾਂ ਪਹਿਲਾਂ ਹੀ ਐਲਾਨ ਕੀਤਾ ਹੋਇਆ, ਪ੍ਰਦਰਸ਼ਨਾਂ ਦਾ ਨਹੀਂ, ਜਿਹੜੇ ਸਾਡਾ ਗਾਹਾਂ ਘੋਲ ਦੀਆਂ ਅਗਲੇ ਰੂਪਾਂ ਦਾ, ਤਿੱਖੇ ਰੂਪਾਂ ਦਾ, ਵੀ ਜੇ ਸਾਨੂੰ ਦਿੱਲੀ 'ਚ ਇਹਨਾਂ ਨੇ ਕਹੀ ਦਿੱਤਾ, ਜਵਾਬ ਦਿੱਤਾ ਸਾਨੂੰ ਵੀ ਕੋਈ ਮਨਜ਼ੂਰੀ ਨਹੀਂ ਮਿਲੂਗੀ ਤੁਹਾਨੂੰ ਰਾਮਲੀਲਾ ਗਰਾਊਂਡ 'ਚ ਇਕੱਠੇ ਹੋਣ ਦੇ। ਬਹਾਨਾ ਭਾਵੇਂ ਉਹਨਾਂ ਨੇ ਵੀ ਕੋਈ ਉਹੀ ਦੂਜਾ ਲਾਇਆ ਵੀ ਕੋਵਿਡ-19 ਕਰਕੇ ਉੱਥੇ ਇਹ ਕਰੋਨਾ ਫੈਲ ਸਕਦਾ। ਅਸੀਂ ਕਹਿੰਦੇ ਇਹ ਵੀ ਉਹਨਾਂ ਦਾ ਪੋਲੀਟੀਕਲ ਫੈਸਲਾ ਹੀ ਹੈ। ਜੇ ਕਰੋਨਾ ਉਹਦੇ ਬਿਹਾਰ ਦੀਆਂ ਰੈਲੀਆਂ 'ਚ ਨਹੀਂ, ਮੋਦੀ ਦੀਆਂ ਜਿੱਥੇ 10-10 ਹਜ਼ਾਰ ਦੇ ਇਕੱਠ ਹੋਏ ਆ, ਕੋਈ ਸਰੀਰਕ ਦੂਰੀ ਨਹੀਂ ਸੀਗੀ, ਕੋਈ ਦੂਜੀ ਮਾਸਕ ਨਹੀਂ ਸੀਗੇ, ਜੇ ਉੱਥੇ ਨਹੀਂ ਕਰੋਨਾ ਫੈਲਿਆ ਤਾਂ ਇਕੱਲੇ ਕਿਸਾਨਾਂ ਦੇ ਇਕੱਠ ਹੋਣ ਨਾਲ ਕਿਵੇਂ? ਇਹ ਸਿਰਫ ਉਹਨਾਂ ਅਸਲ ਵਿੱਚ ਰੋਕਣ ਦੀ ਖਾਤਰ ਹੈ। ਅਸੀਂ ਇਹਦੇ ਤੇ ਜਵਾਬ 'ਚ ਇਹ ਲਿਆ ਵੀ ਜੇ ਤੁਸੀਂ ਜਾਣ ਨਹੀਂ ਦੇਵੋਗੇ ਫਿਰ ਅਸੀਂ ਦਿੱਲੀ ਨੂੰ ਘੇਰ ਲਾਂਗੇ, ਜਿੰਨੇ ਵੀ ਇਹਦੇ ਐਂਟਰੀ ਪੁਆਇੰਟ ਹੈ, ਤੇ ਸਾਰੇ ਸੂਬਿਆਂ ਨਾਲੋਂ ਦਿੱਲੀ ਦਾ ਕਨੈਕਸ਼ਨ ਕੱਟਾਂਗੇ ਅਸੀਂ। ਸਾਨੂੰ ਨਾ ਜਾਣ ਦਿਓਗੇ ਅੰਦਰ, ਬਾਹਰ ਸਾਨੂੰ ਜਿੱਥੇ ਰੁਕੋਗੇ ਅਸੀਂ ਉੱਥੇ ਜਾਮ ਲਾ ਦਿਆਂਗੇ। ਇਸ ਕਰਕੇ ਸਾਡੀਆਂ ਪੂਰੀਆਂ ਉਹਦੀਆਂ ਜਿਹੜਾ ਦਿੱਲੀ ਨੂੰ ਘੇਰਨ ਵਾਲਾ ਪ੍ਰੋਗਰਾਮ, ਉਹਦੇ ਜੰਗੀ ਪੱਧਰ ਤੇ ਤਿਆਰੀਆਂ ਨੇ ਉਹਦੀਆਂ, ਤੇ ਉੱਥੇ ਉਹ ਨਿਰਣਾਇਕ ਹੋਊ 26 ਨਵੰਬਰ ਵਾਲਾ ਤੁਹਾਡੀ ਦਿੱਲੀ ਦੇ ਵਿੱਚ। ਚੱਲ ਜੇ ਦਿੱਲੀ ਦੇ ਵਿੱਚ ਨਾ ਆਉਣ ਦਿੱਤਾ ਤਾਂ ਜਿੱਥੇ ਦਿੱਲੀ ਦੀਆਂ ਹੱਦਾਂ ਹੈਗੀਆਂ ਨੇ ਉੱਥੇ ਸਹੀ। ਤੇ ਸਾਡੀ ਤਿਆਰੀ ਹੈ ਪੂਰੀ, ਤੇ ਸਾਰਾ ਕਿਸਾਨ ਵੀ ਤਿਆਰ ਹੈ। ਸਾਨੂੰ ਕਿਸਾਨਾਂ ਨੇ ਐਂ ਕਹਿ ਕੇ ਭੇਜਿਆ ਵੀ ਲੀਡਰੋ ਕਿਤੇ ਉੱਥੇ ਜਾ ਕੇ ਲੰਗੋਵਾਲ ਨੂੰ ਕਿਤੇ ਰਸਗੁੱਲਿਆਂ ਦੇ ਵਿੱਚ ਹੀ ਨਾ ਕਿਤੇ ਆਹ ਜਿਹੜੀਆਂ ਮੰਗਾਂ ਹੈਗੀਆਂ ਨੇ ਇਹ ਪੀ ਜਾਓ ਤੁਸੀਂ, ਅਸੀਂ ਤੁਹਾਨੂੰ ਜਿਉਂਦੇ ਨਹੀਂ ਛੱਡਣਾ ਜੇ ਤੁਸੀਂ ਕੁਛ ਮੰਨ ਕੇ ਆ ਗਏ। ਜ਼ਿਆਦਾ ਫਿਰ ਮਨਾ ਕੇ ਆਇਓ, ਨਹੀਂ ਫਿਰ ਜੰਗ ਦਾ ਤੁਸੀਂ ਯੁੱਧ ਦਾ ਐਲਾਨ ਕਰੋ, ਅਸੀਂ ਲੜਨ ਨੂੰ ਤਿਆਰ ਹਾਂ, ਅਸੀਂ ਤਾਂ ਹੁਕਮ ਭਾਲਦੇ ਹਾਂ, ਦਿਓ ਹੁਕਮ ਸਾਨੂੰ। ਇਸ ਕਰਕੇ ਪੂਰਾ ਮਾਹੌਲ ਹੈ, ਤੇ ਇਸ ਕਰਕੇ ਹੁਣ ਜੰਗ ਪੰਜਾਬ ਤੇ ਹਿੰਦ ਦੀ ਹੋਣ ਜਾਣ ਵਾਲੀ ਹੈ।
ਵੈਸੇ ਗੱਲ ਸਾਹਮਣੇ ਇਹ ਆ ਰਹੀ ਸੀ ਕਿ ਬੈਗ ਦੇਤੇ ਨਾਲ ਦੀ ਨਾਲ ਜਾਣ ਸਰ ਬੈਗ ਦਿੱਤੇ ਨੇ ਕਿਸਾਨ ਯੂਨੀਅਨ ਨੂੰ ਵੀ ਅੱਜ ਤੱਕ ਕੁਛ ਨਾ ਕੁਛ ਕਰਨਗੇ ਕਿਤੇ ਨਾ ਕਿਤੇ, ਚਾਹੇ ਸਰਕਾਰ ਝੁਕੇ ਜਾਂ ਜਿਵੇਂ ਵੀ ਹੋਊਗਾ, ਐਵੇਂ ਦੀਆਂ ਗੱਲਾਂ ਹੋ ਰਹੀਆਂ ਸੀ। ਕੀ ਕਹੋਗੇ ਬੈਗਾਂ ਬਾਰੇ? ਨਹੀਂ ਜੀ ਬੈਗਾਂ ਬਾਰੇ ਤਾਂ ਜੇ ਹੁਣ ਕੋਈ ਇਹਨੂੰ ਬੈਗ ਨੂੰ ਕਹਿ ਲੇ, ਇਹ ਤਾਂ ਠੀਕ ਹੈ। ਉਹਨਾਂ ਨੇ ਜਿਹੜੀ ਫਾਈਲ ਹੈ, ਜਿਹੜੀਆਂ ਆਪਦੀਆਂ ਉਹਨਾਂ ਦੇ ਕਾਨੂੰਨਾਂ ਦਾ ਪੰਜਾਬੀਕਰਨ ਹੈ, ਉਹਨਾਂ ਦਾ ਟਰਾਂਸਲੇਸ਼ਨ ਕੀਤੀ ਹੈ, ਉਹ ਸਿੱਧੀ ਫਾਈਲ 'ਚ ਫੜਾਉਣ ਦੀ ਬਜਾਏ ਬੈਗ 'ਚ ਫੜਾਤੇ। ਬੈਗ 'ਚ ਕੋਈ ਸਾਨੂੰ ਆਏ ਨਹੀਂ ਵੀ ਗੁੱਟੀਆਂ ਪਾ ਕੇ ਦੇਤੀਆਂ ਵੀ ਪਿਆ ਸਾਨੂੰ ਕਿਸਾਨਾਂ ਨੂੰ ਰਾਹ ਦੇਤੇ ਵੰਡ ਦਿਓ ਤੁਸੀਂ। ਇਹ ਕਾਗਜ਼ੀ ਹੈ ਇਹਨਾਂ 'ਚ ਬੈਗ 'ਚ, ਇਸ ਕਰਕੇ ਇਹਨੂੰ ਅਸੀਂ ਕੋਈ ਐ ਨਹੀਂ ਸਮਝਦੇ ਵੀ ਇਹ ਕੋਈ ਪ੍ਰਾਪਤੀ ਹੈ ਕੋਈ ਇਹ। ਹਾਂਜੀ, ਸੋ ਇਹ ਸਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਪ੍ਰਧਾਨ। ਸੋ ਇਹਨਾਂ ਨੇ ਕਿਹਾ ਕਿ ਲਗਾਤਾਰ ਪ੍ਰਦਰਸ਼ਨ ਸਾਡੇ ਐਵੇਂ ਹੀ ਚੱਲਣਗੇ, ਕਿਉਂਕਿ ਅੱਜ ਗੱਲਬਾਤ ਹੋਈ ਆ ਪੂਰੀ, ਅਸੀਂ ਗੱਲਬਾਤ ਦੱਸੀ ਆਪਣੀ ਕਿ ਇਹ ਖੇਤੀ ਕਾਨੂੰਨ ਨੇ ਇਹ ਬਿਲਕੁਲ ਰੱਦ ਹੋਣੇ ਚਾਹੀਦੇ ਨੇ, ਕਿਸੇ ਵੀ ਕੰਡੀਸ਼ਨ ਨਾਲ ਸੈੱਟ ਨਹੀਂ ਆ ਸਕਦੇ। ਸੋ ਇਹਨਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ 18 ਨਵੰਬਰ ਨੂੰ ਸਾਡੀ ਮੀਟਿੰਗ ਹੋਵੇਗੀ ਚੰਡੀਗੜ੍ਹ 'ਚ, ਉਸ ਤੋਂ ਬਾਅਦ ਅਗਲੇ ਫੈਸਲੇ ਲਏ ਜਾਣਗੇ ਤੇ ਜੋ 26 ਅਤੇ 27 ਨਵੰਬਰ ਨੂੰ ਅਸੀਂ ਦਿੱਲੀ ਘੇਰਨ ਦਾ ਪ੍ਰੋਗਰਾਮ ਆ, ਉਹ ਸਾਡਾ ਬਕਾਇਦਾ ਪੂਰਾ ਲਗਾਤਾਰ ਐਵੇਂ ਹੀ ਚੱਲਦਾ ਤੇ 26-27 ਨਵੰਬਰ ਨੂੰ ਅਸੀਂ ਦਿੱਲੀ ਵੱਲ ਵੀ ਕੂਚ ਕਰਾਂਗੇ। ਸੋ ਰਜਿੰਦਰ ਸਿੰਘ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।